ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਚਾਰ ਹੈ ਗੁਰਬਾਣੀ ਵਿੱਚ ਨਿਰਵੈਰ ਸ਼ਬਦ ਦਾ ਸੰਕਲਪ। ਨਿਰਵੈਰ ਦਾ ਅੱਖਰੀ ਅਰਥ ਹੈ ਵੈਰ ਤੋਂ ਰਹਿਤ ਹੋ ਜਾਣਾ, ਕਿਸੇ ਦੂਜੇ ਨਾਲ ਮਨ ਮੁਟਾਵ ਈਰਖਾ ਨਾ ਕਰਨੀ, ਕਿਸੇ ਦੂਜੇ ਨਾਲ ਦੁਸ਼ਮਣੀ ਨਾ ਰੱਖਣੀ। ਇਹ ਨਿਰਵੈਰਤਾ ਹੈ। ਗੁਰਬਾਣੀ ਦਾ ਫਰਮਾਨ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਸਭ ਮੈਂ ਰਵ ਰਹਿਆ ਪ੍ਰਭ ਏਕੋ, ਪੇਖ ਪੇਖ ਨਾਨਕ ਬਿਗਸਾਈ। ਗੁਰਬਾਣੀ ਕਹਿੰਦੀ ਹੈ ਕਿ ਮੈਂ ਗੁਰੂ ਤੋਂ ਉਹ ਮੱਤ ਪਾ ਲਈ ਹੈ ਜਿਸ ਨਾਲ ਮੈਨੂੰ ਕੋਈ ਵੀ ਬਗਾਨਾ ਨਹੀਂ ਨਜ਼ਰ ਆਉਂਦਾ, ਜਿਸ ਨਾਲ ਮੈਨੂੰ ਕੋਈ ਵੀ ਬਗਾਨਾ ਨਹੀਂ ਦਿਸਦਾ, ਸਾਰੇ ਹੀ ਆਪਣੇ ਦਿਸਦੇ ਹਨ। ਮੈਂ ਇਹ ਵੇਖ ਕੇ ਆਨੰਦ ਵਿੱਚ ਹਾਂ, ਹੈਰਾਨੀ ਵਿੱਚ ਹਾਂ ਕਿ ਕਿਵੇਂ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਆਪ ਵਰਤ ਰਿਹਾ ਹੈ। ਗੁਰਬਾਣੀ ਸਾਨੂੰ ਸਾਡੀ ਐਸੀ ਮਾਨਸਿਕ ਸਥਿਤੀ ਵਿੱਚ ਲੈ ਜਾਣਾ ਚਾਹੁੰਦੀ ਹੈ। ਗੁਰਬਾਣੀ ਸਾਨੂੰ ਸਾਡੀ ਉਸ ਅਵਸਥਾ ਵਿੱਚ ਲੈ ਜਾਣਾ ਚਾਹੁੰਦੀ ਹੈ ਜਿੱਥੇ ਸਾਨੂੰ ਕੋਈ ਵੀ ਓਪਰਾ ਨਜ਼ਰ ਨਾ ਆਵੇ, ਜਿੱਥੇ ਸਾਨੂੰ ਇਹ ਸ੍ਰਿਸ਼ਟੀ ਪਰਮਾਤਮਾ ਦਾ ਇੱਕ ਰੂਪ ਹੀ ਨਜ਼ਰ ਆਵੇ। ਮੇਰੇ ਕੁਝ ਕਾਵਕ ਬੋਲ ਸਨ, ਐ ਮੇਰੇ ਦੋਸਤ, ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਤੋਂ ਪਰਮਾਤਮਾ ਦਾ ਪਤਾ ਪੁੱਛਦੇ ਫਿਰਦੇ ਹਾਂ, ਪਰ ਮੇਰਾ ਦਿਲ ਕਹਿੰਦਾ ਹੈ ਕਿ ਜਿਸ ਦਿਨ ਤੇਰੇ ਤੇ ਮੇਰੇ ਵਿੱਚ ਅਤੇ ਇਸ ਸਾਰੀ ਸ੍ਰਿਸ਼ਟੀ ਨੂੰ ਜੋੜਦੀ ਇੱਕ ਬਰੀਕ ਜਿਹੀ ਤੰਦ ਸਾਡੇ ਵਿਚਾਲੇ ਨਜ਼ਰ ਆ ਗਈ, ਜਿਸ ਦਿਨ ਮੈਂ ਤੂੰ ਹੋ ਗਿਆ ਅਤੇ ਤੂੰ ਮੈਂ ਹੋ ਗਿਆ, ਉਸ ਦਿਨ ਅਸੀਂ ਖੁਦ ਹੀ ਖੁਦਾ ਹੋਵਾਂਗੇ। ਗੁਰਬਾਣੀ ਦਾ ਫਰਮਾਨ ਹੈ ਕਿ ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੁਮ ਮਾਨ। ਗੁਰਬਾਣੀ ਕਹਿੰਦੀ ਹੈ ਕਿ ਉਹ ਬੰਦਾ ਆਪਣੇ ਜੀਵਨ ਵਿੱਚ ਬੰਧਨ ਮੁਕਤ ਹੈ ਜਿਸ ਦੇ ਦਿਲ ਵਿੱਚ ਕਿਸੇ ਪ੍ਰਤੀ ਕੋਈ ਵੈਰ ਨਹੀਂ। ਉਹ ਬੰਦਾ ਆਪਣੇ ਜੀਵਨ ਵਿੱਚ ਬੰਧਨ ਮੁਕਤ ਹੈ ਜੋ ਖੁਸ਼ੀ ਅਤੇ ਗਮੀ ਤੋਂ ਉੱਚਾ ਉੱਠ ਗਿਆ ਹੈ। ਗੁਰਬਾਣੀ ਦੀ ਸੋਚ ਮੁਤਾਬਕ ਜੇਕਰ ਅਸੀਂ ਉਹ ਇਕਾਗਰਤਾ ਹਾਸਲ ਕਰਨੀ ਹੈ, ਉਹ ਨਜ਼ਰ ਹਾਸਲ ਕਰਨੀ ਹੈ ਜਿਸ ਨਜ਼ਰ ਨਾਲ ਸਾਨੂੰ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦਾ ਹੋਇਆ ਪਰਮਾਤਮਾ ਨਜ਼ਰ ਆ ਜਾਵੇ, ਤਾਂ ਸਾਨੂੰ ਵੈਰ ਵਿਰੋਧ ਤੋਂ ਪਾਸੇ ਹੋਣਾ ਹੀ ਪਵੇਗਾ। ਸਾਨੂੰ ਨਿਰਵੈਰ ਹੋਣਾ ਪਵੇਗਾ, ਕਿਉਂਕਿ ਜਿਹੜਾ ਮਨੁੱਖ ਆਪਣੇ ਅੰਦਰ ਵੈਰ ਰੱਖਦਾ ਹੈ, ਦੁਸ਼ਮਣੀ ਰੱਖਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਹੀਂ ਸਗੋਂ ਆਪਣੇ ਦੁਸ਼ਮਣ ਦਾ ਸਿਮਰਨ ਕਰਦਾ ਹੈ। ਵੈਰ ਵਿਰੋਧ ਰੱਖਣ ਵਾਲਾ ਮਨੁੱਖ ਉੱਠਦੇ ਬਹਿੰਦੇ ਆਪਣੇ ਦੁਸ਼ਮਣ ਤੋਂ ਆਪਣੀ ਸੁਰੱਖਿਆ ਕਰਨ ਦੀ ਚਿੰਤਾ ਵਿੱਚ ਰਹਿੰਦਾ ਹੈ। ਵੈਰ ਵਿਰੋਧ ਵਾਲਾ ਮਨੁੱਖ ਆਪਣੇ ਦੁਸ਼ਮਣ ਦਾ ਸਿਮਰਨ ਕਰਦਾ ਹੈ। ਵੈਰ ਵਿਰੋਧ ਨਾਲ ਮਨੁੱਖ ਦੇ ਅੰਦਰ ਸੜਿਆਂਦ ਪੈਦਾ ਹੁੰਦੀ ਹੈ, ਬੇਚੈਨੀ ਪੈਦਾ ਹੁੰਦੀ ਹੈ। ਵੈਰ ਵਿਰੋਧ ਸਾਡੇ ਅੰਦਰ ਪਰਮਾਤਮਾ ਦੇ ਭਾਵ ਨੂੰ ਪੈਦਾ ਹੀ ਨਹੀਂ ਹੋਣ ਦਿੰਦਾ। ਪਰਮਾਤਮਾ ਦੇ ਭਾਵ ਨੂੰ ਆਧਾਰ ਬਣਾ ਕੇ ਜਿਉਣਾ ਤਾਂ ਇੱਕ ਪਾਸੇ ਰਿਹਾ, ਵੈਰ ਵਿਰੋਧ ਈਰਖਾ ਤਾਂ ਸਾਨੂੰ ਸਾਡੇ ਆਮ ਦੁਨੀਆਦਾਰੀ ਦੇ ਕੰਮਾਂ ਵਿੱਚ ਵੀ ਸਾਡੀ ਇੱਕ ਸੁਰਤਾ ਨਹੀਂ ਬਣਨ ਦਿੰਦੀ। ਆਮ ਕਰਕੇ ਅਸੀਂ ਕਰਦੇ ਕੁਝ ਹੋਰ ਹਾਂ, ਸਾਡੀ ਸੁਰਤ ਕਿਤੇ ਹੋਰ ਹੁੰਦੀ ਹੈ। ਹੁਣ ਸਾਡੇ ਅੱਗੇ ਸਵਾਲ ਇਹ ਹੈ ਕਿ ਅਸੀਂ ਇਸ ਨਿਰਵੈਰ ਅਵਸਥਾ ਨੂੰ
ਕਿਵੇਂ ਪ੍ਰਾਪਤ ਕਰੀਏ, ਜਿਸ ਨਾਲ ਸਾਨੂੰ ਇਸ ਦੁਨੀਆ ਵਿੱਚ ਕੋਈ ਵੀ ਬਗਾਨਾ ਨਾ ਲੱਗੇ। ਗੁਰਬਾਣੀ ਕਹਿੰਦੀ ਹੈ ਕਿ ਇਹ ਨਿਰਵੈਰ ਅਵਸਥਾ ਸਾਨੂੰ ਆਪਣੇ ਆਪੇ ਦੀ ਖੋਜ ਵਿੱਚੋਂ, ਆਪੇ ਦੀ ਵਿਚਾਰ ਵਿੱਚੋਂ ਹਾਸਲ ਹੋਵੇਗੀ। ਗੁਰਬਾਣੀ ਕਹਿੰਦੀ ਹੈ ਕਿ ਇਹ ਨਿਰਵੈਰ ਅਵਸਥਾ ਹਰ ਮਨੁੱਖ ਨੂੰ ਆਪਣੇ ਆਪੇ ਦੀ ਵਿਚਾਰ ਵਿੱਚੋਂ, ਆਪਣੇ ਆਪੇ ਦੀ ਖੋਜ ਵਿੱਚੋਂ ਲੱਭੇਗੀ। ਚੰਗਾ ਹੋਵੇ ਕਿ ਕੋਈ ਆਪੇ ਦੀ ਖੋਜ ਦਾ, ਆਪੇ ਦੀ ਵਿਚਾਰ ਦਾ ਇਹ ਗੁਰ ਕਿਸੇ ਗੁਰਮੁਖ ਕੋਲ ਬੈਠ ਕੇ ਸਿੱਖੇ। ਉਸ ਗੁਰਮੁਖ ਕੋਲ ਸਿੱਖੇ ਜਿਸ ਨੇ ਆਪਣੇ ਆਪੇ ਦੀ ਖੋਜ ਵਿਚਾਰ ਕਰਕੇ ਆਪਣੇ ਆਪ ਨੂੰ ਸਾਧ ਲਿਆ ਹੋਵੇ, ਜਿਸ ਨੇ ਆਪਣੇ ਆਪ ਨੂੰ ਸਵਾਰ ਲਿਆ ਹੋਵੇ। ਫਿਰ ਸਾਡੀ ਅੱਧੀ ਕੁ ਈਰਖਾ ਅਤੇ ਵੈਰ ਉਦੋਂ ਹੀ ਖਤਮ ਹੋ ਜਾਵੇਗਾ ਜਦੋਂ ਅਸੀਂ ਉਸ ਗੁਰਮੁਖ ਦੇ ਚਰਨਾਂ 'ਤੇ ਆਪਣਾ ਸੀਸ ਰੱਖਾਂਗੇ। ਇਸ ਆਪਣੇ ਆਪੇ ਦੀ ਵਿਚਾਰ ਵਿੱਚੋਂ ਸਾਨੂੰ ਆਪਣੀ ਮੰਜ਼ਿਲ ਦਾ ਪਤਾ ਲੱਗੇਗਾ ਕਿ ਅਸੀਂ ਕੌਣ ਹਾਂ, ਅਸੀਂ ਜਾਣਾ ਕਿੱਥੇ ਹੈ। ਜਦੋਂ ਸਾਨੂੰ ਆਪਣੀ ਮੰਜ਼ਿਲ ਦਾ ਪਤਾ ਲੱਗ ਗਿਆ, ਫਿਰ ਅਸੀਂ ਰਸਤੇ ਦੇ ਟੋਏ ਟਿੱਬਿਆਂ ਵਿੱਚ ਨਹੀਂ ਉਲਝਾਂਗੇ। ਫਿਰ ਸਾਨੂੰ ਪਤਾ ਲੱਗੇਗਾ ਕਿ ਇਹ ਵੈਰ, ਇਹ ਵਿਰੋਧ, ਇਹ ਈਰਖਾ ਸਾਨੂੰ ਸੜਨ ਭੁੱਜਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦੇ ਸਕਦੇ। ਜਿਸ ਨਾਲ ਕਿਸੇ ਮਨੁੱਖ ਨੂੰ ਇਕਾਗਰਤਾ ਮਿਲ ਗਈ, ਇਸ ਸ੍ਰਿਸ਼ਟੀ ਨਾਲ ਇੱਕ ਸੁਰਤਾ ਹੋ ਗਈ, ਉਸ ਦਿਨ ਇਹ ਵੀ ਸਮਝ ਆਵੇਗੀ ਕਿ ਅਸੀਂ ਸ੍ਰਿਸ਼ਟੀ ਨਾਲ, ਇਹ ਚੰਨ ਨਾਲ, ਤਾਰਿਆਂ ਨਾਲ, ਸੂਰਜ ਨਾਲ, ਇਹ ਖੰਡਾਂ ਨਾਲ, ਇਹ ਪੇੜ ਪੌਦਿਆਂ ਨਾਲ ਕਿੰਨੇ ਜੁੜੇ ਹੋਏ ਹਾਂ। ਸਾਡਾ ਇਸ ਸ੍ਰਿਸ਼ਟੀ ਨਾਲ, ਚੰਨ ਤਾਰਿਆਂ ਨਾਲ, ਸੂਰਜ ਨਾਲ, ਪੇੜ ਪੌਦਿਆਂ ਨਾਲ ਕਿੰਨਾ ਲੈਣ ਦੇਣ ਚੱਲ ਰਿਹਾ ਹੈ। ਅਸੀਂ ਸਭ ਇੱਕ ਦੂਜੇ ਨੂੰ ਜੀਵਨ ਦਾਨ ਦੇ ਰਹੇ ਹਾਂ। ਜਿਵੇਂ ਅਸੀਂ ਮਨੁੱਖ, ਅਸੀਂ ਜੀਵ ਪੌਦਿਆਂ ਤੋਂ ਆਕਸੀਜਨ ਲੈਂਦੇ ਹਾਂ ਅਤੇ ਪੌਦੇ ਸਾਡੇ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ, ਇਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਇੱਕ ਦੂਜੇ ਤੋਂ ਲੈ ਰਹੀ ਹੈ, ਇੱਕ ਦੂਜੇ ਨੂੰ ਕੁਝ ਦੇ ਰਹੀ ਹੈ। ਇਸ ਸ੍ਰਿਸ਼ਟੀ ਵਿੱਚ ਸਾਡਾ ਕਿਵੇਂ ਇੱਕ ਦੂਜੇ ਨਾਲ ਸੰਬੰਧ ਹੈ, ਕਿੱਡਾ ਵੱਡਾ ਲੈਣ ਦੇਣ ਚੱਲ ਰਿਹਾ ਹੈ। ਪਰਮਾਤਮਾ ਵੱਲੋਂ ਸ੍ਰਿਸ਼ਟੀ ਦੀ ਇਹ ਕਾਰ ਬੜੀ ਸੂਖਮ, ਬੜੀ ਸੁਚੱਜੇ ਢੰਗ ਨਾਲ ਕਿਸੇ ਬੰਧਨ ਵਿੱਚ ਬੱਝੀ ਹੋਈ, ਕਿਸੇ ਲੀਲਾ ਵਿੱਚ ਚੱਲ ਰਹੀ ਹੈ। ਅਸੀਂ ਮੂਲ ਮੰਤਰ ਵਿੱਚ ਕਹਿੰਦੇ ਹਾਂ ਕਿ ਪਰਮਾਤਮਾ ਨਿਰਵੈਰ ਹੈ। ਹਾਂ, ਬੇਸ਼ੱਕ ਪਰਮਾਤਮਾ ਨਿਰਵੈਰ ਹੈ, ਪਰ ਇਸ ਤਰ੍ਹਾਂ ਨਿਰਵੈਰ ਕਹਿ ਦੇਣ ਨਾਲ ਨਾ ਸਾਡੇ ਉੱਤੇ ਕੋਈ ਅਸਰ ਹੁੰਦਾ ਹੈ, ਨਾ ਪਰਮਾਤਮਾ ਉੱਤੇ ਕੋਈ ਅਸਰ ਹੁੰਦਾ ਹੈ। ਨਿਰਵੈਰ ਸ਼ਬਦ ਦਾ ਸਾਡੇ ਉੱਤੇ ਉਦੋਂ ਅਸਰ ਹੋਵੇਗਾ ਜਦੋਂ ਅਸੀਂ ਪਰਮਾਤਮਾ ਦੇ ਇਸ ਨਿਰਵੈਰ ਗੁਣ ਨੂੰ ਆਪਣੇ ਚਿੱਤ ਵਿੱਚ, ਆਪਣੀ ਸੁਰਤ ਵਿੱਚ ਧਾਰਨ ਕਰ ਲਵਾਂਗੇ। ਅਸੀਂ ਨਿਰਵੈਰ ਹੋ ਜਾਵਾਂਗੇ। ਫਿਰ ਉਦੋਂ ਸਾਡੇ 'ਤੇ ਹੀ ਨਹੀਂ, ਸਗੋਂ ਪਰਮਾਤਮਾ ਉੱਤੇ ਵੀ ਇਸ ਦਾ ਅਸਰ ਪਵੇਗਾ। ਇਸ ਲਈ ਪਰਮਾਤਮਾ ਦਾ ਇਹ ਨਿਰਵੈਰ ਗੁਣ ਸਾਨੂੰ ਆਪਣੇ ਚਿੱਤ ਵਿੱਚ, ਸੁਰਤ ਵਿੱਚ, ਆਪਣੇ ਅੰਦਰ ਧਾਰਨ ਕਰਨਾ ਹੀ ਪਵੇਗਾ। ਤਾਂ ਹੀ ਕੋਈ ਮਨੁੱਖ ਪ੍ਰਕਿਰਤੀ ਤੋਂ, ਕੁਦਰਤ ਤੋਂ ਉੱਚਾ ਉੱਠ ਸਕੇਗਾ। ਮਨੁੱਖ ਨੇ ਕੁਦਰਤ ਤੋਂ ਉੱਚੇ ਉੱਠਣਾ ਹੈ, ਕਿਉਂਕਿ ਕੁਦਰਤ ਜੜ ਹੈ, ਪਰਮਾਤਮਾ ਚੇਤਨ ਹੈ। ਮਨੁੱਖ ਵੀ ਚੇਤਨ ਹੈ, ਮਨੁੱਖ ਨੇ ਚੇਤਨ ਹੋਣਾ ਹੈ। ਚੇਤਨ ਹੋ ਕੇ ਹੀ ਕੋਈ ਮਨੁੱਖ ਆਪਣੀ ਮੰਜ਼ਿਲ ਤੱਕ ਪਹੁੰਚ ਸਕੇਗਾ। ਇਹ ਨਿਰਵੈਰ ਭਾਵ ਦਸ਼ਾ ਹੀ ਸਾਨੂੰ ਕੁਦਰਤ ਤੋਂ ਉੱਚੇ ਉਠਾ ਸਕਦੀ ਹੈ, ਕੁਦਰਤ ਤੋਂ ਪਾਰ ਲੈ ਕੇ ਜਾ ਸਕਦੀ ਹੈ। ਇਸ ਲਈ ਹਰ ਮਨੁੱਖ ਦਾ ਫਰਜ਼ ਹੈ ਕਿ ਹਰ ਮਨੁੱਖ ਨਿਰਵੈਰ ਹੋਵੇ। ਕਿਸੇ ਮਨੁੱਖ ਦਾ ਜੀਵਨ
ਤਾਂ ਹੀ ਸਫਲ ਜੀਵਨ ਹੈ। ਜੇਕਰ ਉਹ ਨਾ ਕੋ ਬੈਰੀ ਨਹੀਂ ਬਗਾਨਾ ਦੀ ਅਵਸਥਾ ਤੱਕ ਪਹੁੰਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।